ਹਰਜਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਵਿੰਦਰ ਸਿੰਘ ਪ੍ਰੋਗਰਾਮ ਨਜ਼ਰੀਆ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ। ਨਵੀਂ ਸੰਸਦ ਦਾ ਜਦੋਂ ਉਦਘਾਟਨ ਹੋ ਰਿਹਾ ਸੀ ਤਾਂ ਕਿਵੇਂ ਮੈਡਲ ਜੇਤੂ ਪਹਿਲਵਾਨਾਂ ਨੂੰ ਸੜਕਾਂ ਤੇ ਘੜੀਸਿਆ ਗਿਆ। ਐਤਵਾਰ 28 ਮਈ ਸਵੇਰ ਦੇ 8 ਵਜੇ ਦਾ ਸਮਾਂ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੇ ਨਵੇਂ ਸੰਸਦ ਭਵਨ ਦੇ ਉਦਘਾਟਨ ਸਮਾਗਮ ਤੋਂ ਪਹਿਲਾਂ ਪੂਜਾ ਸੰਬੰਧੀ ਰਸਮਾਂ ਦੇ ਵਿੱਚ ਸ਼ਿਰਕਤ ਕਰ ਰਹੇ ਸਨ ਅਤੇ ਰਾਜ ਧਰਮ ਦੇ ਪ੍ਰਤੀਕ ਸਿੰਗੋਲ ਨੂੰ ਲੋਕ ਸਭਾ ਦੇ ਵਿੱਚ ਸਥਾਪਿਤ ਕਰ ਰਹੇ ਸਨ। ਕਰੀਬ 3 ਘੰਟੇ ਬਾਅਦ 11:15 ਤੇ ਨਵੇਂ ਸੰਸਦ ਭਵਨ ਤੋਂ ਤਕਰੀਬਨ 1.5 ਕਿਲੋਮੀਟਰ ਦੂਰ ਜੰਤਰ ਮੰਤਰ ਹੈ। ਓਲੰਪਿਕ ਤਗਮਾ ਜੇਤੂ ਸਾਕਸ਼ੀ ਮਲਿਕ ਨੂੰ ਮਹਿਲਾ ਪੁਲਿਸ ਵੱਲੋਂ ਫੜਿਆ ਅਤੇ ਘਸੀਟਿਆ ਜਾ ਰਿਹਾ ਸੀ। ਹੱਥਾਂ ਵਿੱਚ ਭਾਰਤ ਦਾ ਝੰਡਾ ਫੜ ਕੇ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਫੜ ਕੇ ਬੱਸਾਂ ਵਿੱਚ ਭਰਦੀ ਰਹੀ। ਇਹਨਾਂ ਦੋਹਾਂ ਹੀ ਦ੍ਰਿਸ਼ਾਂ ਦੇ ਵਿੱਚ 28 ਮਈ 2023 ਦੀ ਸਾਰੀ ਕਹਾਣੀ ਸਿਮਟ ਕੇ ਰਹਿ ਗਈ। ਜੰਤਰ ਮੰਤਰ ਵਿਖੇ ਪ੍ਰਦਰਸ਼ਨ ਕਰ ਰਹੀਆਂ ਮਹਿਲਾ ਪਹਿਲਵਾਨਾਂ ਤੱਕ ਪਹੁੰਚਣਾ ਸੌਖਾ ਨਹੀਂ ਸੀ। ਧਰਨੇ ਵਾਲੀ ਥਾਂ ਤੱਕ ਜਾਣ ਵਾਲੀ ਸੜਕ ਦੀ ਸਵੇਰ ਤੋਂ ਹੀ ਨਾਕਾਬੰਦੀ ਕਰ ਦਿੱਤੀ ਗਈ ਸੀ। ਬਹੁਤ ਸਾਰੇ ਮੀਡੀਆ ਕਰਮੀਆਂ ਨੂੰ ਵੀ ਉੱਥੋਂ ਹੀ ਵਾਪਸ ਭੇਜਿਆ ਜਾ ਰਿਹਾ ਸੀ। ਸਵੇਰੇ ਜੰਤਰ ਮੰਤਰ ਤੇ ਕੀ ਮਾਹੌਲ ਰਿਹਾ। ਜੰਤਰ ਮੰਤਰ ਦਾ ਪੂਰਾ ਇਲਾਕਾ ਇੱਕ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਹੋ ਚੁੱਕਿਆ ਸੀ। ਸੈਂਕੜਿਆਂ ਦੀ ਗਿਣਤੀ ਵਿੱਚ ਦਿੱਲੀ ਪੁਲਿਸ ਅਤੇ ਰੈਪਿਡ ਐਕਸ਼ਨ ਫੋਰਸ ਦੇ ਮੁਲਾਜ਼ਮ ਉੱਥੇ ਨਜ਼ਰ ਆ ਰਹੇ ਸਨ। ਮਾਹੌਲ ਤਾਂ ਇੰਜ ਸੀ ਜਿਵੇਂ ਕੋਈ ਵੱਡੀ ਘਟਨਾ ਹੀ ਵਾਪਰਨ ਵਾਲੀ ਹੋਵੇ। ਮਹਿਲਾ ਪਹਿਲਵਾਨਾਂ ਦੇ ਤੰਬੂਆਂ ਦੇ ਵਿੱਚੋਂ ਆਵਾਜ਼ਾਂ ਆ ਰਹੀਆਂ ਸਨ। ਭਾਰਤ ਦਾ ਝੰਡਾ ਚੁੱਕੀ ਪ੍ਰਦਰਸ਼ਨਕਾਰੀ ਇਨਕਲਾਬ ਜਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ। ਕੁਝ ਹੀ ਮਿੰਟਾਂ ਬਾਅਦ ਇਹ ਸਾਰੇ ਲੋਕ ਪੁਲਿਸ ਬੈਰੀਗੇਟਾਂ ਤੋਂ ਪਰਾਂ ਦੀ ਨਿਕਲ ਕੇ ਮੁੱਖ ਸੜਕ ਤੇ ਆਉਣ ਦਾ ਯਤਨ ਕਰਨ ਲੱਗੇ। ਪੁਲਿਸ ਅਤੇ ਰੈਪਿਡ ਐਕਸ਼ਨ ਫੋਰਸ ਦੇ ਮੁਲਾਜ਼ਮਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਦੇ ਵਿੱਚ ਲੈਣਾ ਸ਼ੁਰੂ ਕਰ ਦਿੱਤਾ। ਉਸ ਸਮੇਂ ਅਚਾਨਕ ਹੀ ਮਸ਼ਹੂਰ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਭੀੜ ਚੋਂ ਨਿਕਲੀ ਅਤੇ ਤੇਜ਼ੀ ਨਾਲ ਅੱਗੇ ਵਧਣ ਲੱਗੀ। ਠੀਕ ਉਸੇ ਸਮੇਂ ਮਹਿਲਾ ਪੁਲਿਸ ਮੁਲਾਜ਼ਮਾਂ ਨੇ ਉਹਨਾਂ ਨੂੰ ਘੇਰ ਲਿਆ ਅਤੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰਨ ਲੱਗੇ। ਸਾਕਸ਼ੀ ਦੇ ਆਲੇ ਦੁਆਲੇ ਪ੍ਰਦਰਸ਼ਨਕਾਰੀਆਂ ਦੀ ਭੀੜ ਵੀ ਵਧਣ ਲੱਗੀ, ਪਰ ਪੁਲਿਸ ਮੁਲਾਜ਼ਮ ਉਹਨਾਂ ਨੂੰ ਫੜਨ ਦੇ ਵਿੱਚ ਕਾਮਯਾਬ ਰਹੇ। ਪੁਲਿਸ ਵੱਲੋਂ ਲਾਊਡ ਸਪੀਕਰਾਂ ਤੋਂ ਚਿਤਾਇਆ ਗਿਆ ਕਿ ਪੂਰੇ ਇਲਾਕੇ ਵਿੱਚ ਹਫੜਾ ਤਫੜੀ ਦਾ ਮਾਹੌਲ ਬਣ ਗਿਆ। ਦਿੱਲੀ ਪੁਲਿਸ ਦਾ ਇੱਕ ਅਧਿਕਾਰੀ ਇੱਕ ਅਜਿਹੀ ਗੱਡੀ ਤੋਂ ਲਗਾਤਾਰ ਐਲਾਨ ਕਰਦਾ ਵਿਖਾਈ ਦੇ ਰਿਹਾ ਸੀ ਜਿਸ ਦੀ ਛੱਤ ਤੇ ਲਾਊਡ ਸਪੀਕਰ ਵੀ ਲੱਗੇ ਹੋਏ ਸਨ। ਉਹ ਅਧਿਕਾਰੀ ਵਾਰ-ਵਾਰ ਇਹੀ ਗੱਲ ਦੁਹਰਾ ਰਿਹਾ ਸੀ ਕਿ ਅਸੀਂ ਤੁਹਾਨੂੰ ਸੂਚਿਤ ਕਰ ਰਹੇ ਹਾਂ ਕਿ ਕੋਈ ਵੀ ਅਜਿਹਾ ਕੰਮ ਜੋ ਦੇਸ਼ ਵਿਰੋਧੀ ਹੈ, ਗਲਤ ਹੈ, ਉਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਤੁਸੀਂ ਲੋਕ ਅਜਿਹਾ ਨਾ ਕਰੋ। ਸਾਡੇ ਲਈ ਇਹ ਇੱਕ ਮਾਣ ਵਾਲਾ ਸਮਾਂ ਹੈ ਕਿ ਸਾਡਾ ਨਵਾਂ ਸੰਸਦ ਭਵਨ ਬਣਿਆ ਅਤੇ ਜਿਸ ਦਾ ਅੱਜ ਉਦਘਾਟਨ ਹੋਇਆ ਹੈ। ਤੁਹਾਨੂੰ ਬੇਨਤੀ ਹੈ ਕਿ ਅਮਨ ਕਾਨੂੰਨ ਕਾਇਮ ਰੱਖੋ। ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਨਾ ਲਾਓ। ਕਿਸੇ ਵੀ ਤਰ੍ਹਾਂ ਦਾ ਦੇਸ਼ ਵਿਰੋਧੀ ਪ੍ਰਚਾਰ ਨਾ ਕਰੋ। ਤੁਸੀਂ ਨਾਅਰੇਬਾਜ਼ੀ ਨਾ ਕਰੋ। ਠੀਕ ਉਸੇ ਸਮੇਂ ਪਹਿਲਵਾਨਾਂ ਦੇ ਪ੍ਰਦਰਸ਼ਨ ਦੇ ਦੌਰਾਨ ਕੀ ਹੋਇਆ। 23 ਅਪ੍ਰੈਲ 2023 ਨੂੰ ਭਾਰਤ ਦੇ ਨਾਮੀ ਮਹਿਲਾ ਪਹਿਲਵਾਨਾਂ ਨੇ ਦਿੱਲੀ ਦੇ ਜੰਤਰ ਮੰਤਰ ਉੱਤੇ ਧਰਨਾ ਸ਼ੁਰੂ ਕੀਤਾ ਸੀ। ਮੁਜ਼ਾਹਰਾਕਾਰੀ ਖਿਡਾਰੀਆਂ ਦਾ ਇਲਜ਼ਾਮ ਹੈ ਕਿ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਤੇ ਭਾਜਪਾ ਦੇ ਮੈਂਬਰ ਪਾਰਲੀਮੈਂਟ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਮਹਿਲਾ ਪਹਿਲਵਾਨਾਂ ਦਾ ਜਿਨਸੀ ਸ਼ੋਸ਼ਣ ਕੀਤਾ। ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਇਹਨਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ। 28 ਅਪ੍ਰੈਲ ਨੂੰ ਦਿੱਲੀ ਪੁਲਿਸ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ 2 FIR ਦਰਜ ਕੀਤੀਆਂ। ਪਹਿਲਵਾਨ ਉਹਨਾਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ। 3-4 ਮਈ ਦੇ ਦਰਮਿਆਨ ਰਾਤ ਵਰਤੇ ਮੀਂਹ ਦੇ ਵਿੱਚ ਪਹਿਲਵਾਨਾਂ ਤੇ ਦਿੱਲੀ ਪੁਲਿਸ ਦਰਮਿਆਨ ਝੜਪ ਹੋਈ। ਪਹਿਲਵਾਨਾਂ, ਕਿਸਾਨਾਂ ਤੇ ਖਾਪ ਪੰਚਾਇਤਾਂ ਨੇ ਨਵੀਂ ਸੰਸਦ ਦੇ ਅੱਗੇ ਮਹਾ ਪੰਚਾਇਤ ਆਯੋਜਿਤ ਕਰਨ ਦੀ ਗੱਲ ਆਖੀ। ਇਸ ਦੌਰਾਨ ਦੇਸ਼ ਦੇ ਨਾਮੀ ਪਹਿਲਵਾਨ ਸਾਕਸ਼ੀ ਮਲਿਕ, ਬਜਰੰਗ ਪੂਨੀਆ ਤੇ ਵਿਨੇਸ਼ ਫੋਗਾਟ ਸਣੇ ਕਈ ਪਹਿਲਵਾਨਾਂ ਦੇ ਨਾਲ ਪੁਲਿਸ ਦੀ ਬਹਿਸ ਤੇ ਫਿਰ ਧੱਕਾ ਮੁੱਕੀ ਹੋਈ। ਇਸ ਮਗਰੋਂ ਪਹਿਲਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਕਿਸਾਨਾਂ ਅਤੇ ਖਾਪ ਪੰਚਾਇਤਾਂ ਨਾਲ ਸੰਬੰਧਿਤ ਲੋਕਾਂ ਨੂੰ ਦਿੱਲੀ ਬਾਰਡਰ ਦੇ ਤੇ ਹੀ ਰੋਕਿਆ ਗਿਆ। ਕੁਝ ਹੀ ਸਮੇਂ ਬਾਅਦ ਸਾਕਸ਼ੀ ਮਲਿਕ ਵਾਪਸ ਆਏ ਅਤੇ ਤੰਬੂ ਵੱਲ ਜਾਂਦੇ ਨਜ਼ਰ ਆਏ। ਜਦੋਂ ਉਹਨਾਂ ਦੇ ਨਾਲ ਪੱਤਰਕਾਰਾਂ ਨੇ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ, ਅਸੀਂ ਕੋਈ ਗਲਤ ਕੰਮ ਨਹੀਂ ਕਰ ਰਹੇ ਸੀ। ਅਸੀਂ ਤਾਂ ਸ਼ਾਂਤੀਪੂਰਵਕ ਢੰਗ ਦੇ ਨਾਲ ਅੱਗੇ ਵਧ ਰਹੇ ਸੀ। ਅਸੀਂ ਕਿਹਾ ਸੀ ਕਿ ਅਸੀਂ ਸ਼ਾਂਤਮਈ ਢੰਗ ਨਾਲ ਮਾਰਚ ਕਰਾਂਗੇ, ਪਰ ਅੱਗੇ ਬੈਰੀਗੇਡ ਲੱਗੇ ਹੋਏ ਸਨ। ਜ਼ਬਰਦਸਤੀ ਸਾਨੂੰ ਪਿੱਛੇ ਵੱਲ ਧੱਕਿਆ ਗਿਆ ਅਤੇ ਹਿਰਾਸਤ ਦੇ ਵਿੱਚ ਲਿਆ ਗਿਆ। ਇਸ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਸਾਕਸ਼ੀ ਨੇ ਕਿਹਾ ਕਿ ਅੱਗੇ ਦੀ ਕਾਰਵਾਈ ਇਹ ਹੈ ਕਿ ਧਰਨਾ ਇੰਜ ਹੀ ਜਾਰੀ ਰਹੇਗਾ।
ਅੰਦੋਲਨ ਵਾਲੀ ਥਾਂ ਖਾਲੀ ਕਰਵਾਈ ਗਈ। ਇਸ ਪੂਰੇ ਮਾਮਲੇ ਵਿੱਚ ਵਿਰੋਧੀ ਧਿਰ ਅਤੇ ਨਾਗਰਿਕ ਸੰਗਠਨਾਂ ਨੇ ਪੁਲਿਸ ਦੀ ਕਾਰਵਾਈ ਦੀ ਆਲੋਚਨਾ ਕੀਤੀ ਅਤੇ ਨਾਲ ਹੀ ਸੋਸ਼ਲ ਮੀਡੀਆ ਉੱਤੇ ਵੀ ਮੁੱਦਾ ਪੂਰੇ ਦਿਨ ਚਰਚਾ ਦਾ ਵਿਸ਼ਾ ਬਣਿਆ ਰਿਹਾ। ਹਾਲਾਂਕਿ ਸਰਕਾਰ ਅਤੇ ਭਾਜਪਾ ਵੱਲੋਂ ਇਸ ਤੇ ਕੋਈ ਅਧਿਕਾਰਤ ਬਿਆਨ ਜਾਂ ਪ੍ਰਤੀਕਿਰਿਆ ਨਹੀਂ ਆਈ। ਇਸ ਦੌਰਾਨ ਦਰਜਨਾਂ ਧਰਨਾਕਾਰੀਆਂ ਨੂੰ ਬੱਸਾਂ ਵਿੱਚ ਭਰਿਆ ਗਿਆ। ਅਜਿਹੀ ਇੱਕ ਬੱਸ ਦੀ ਖਿੜਕੀ ਦੇ ਨਾਲ ਲਟਕਦੇ ਇੱਕ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਤੁਸੀਂ ਵੇਖ ਲਓ, ਇੱਕ ਲੋਕਤੰਤਰਿਕ ਦੇਸ਼ ਵਿੱਚ ਅਸੀਂ ਹੁਣ ਵਿਰੋਧ ਪ੍ਰਦਰਸ਼ਨ ਵੀ ਨਹੀਂ ਕਰ ਸਕਦੇ ਹਾਂ। ਅਸੀਂ ਪੈਦਲ ਨਵੇਂ ਸੰਸਦ ਭਵਨ ਤੱਕ ਜਾਣਾ ਚਾਹੁੰਦੇ ਸੀ। ਸਾਡਾ ਵਿਰੋਧ ਪ੍ਰਦਰਸ਼ਨ ਸ਼ਾਂਤਮਈ ਸੀ, ਪਰ ਇੱਥੇ ਜੋ ਕੁਝ ਵੀ ਹੋ ਰਿਹਾ ਹੈ ਉਹ ਲੋਕਤੰਤਰ ਨੂੰ ਖਤਮ ਕਰਨ ਵਰਗਾ ਹੈ। ਸਾਡੇ ਮੁੱਦੇ ਲਈ ਸੰਸਦ ਕਿਵੇਂ ਚੁੱਪ ਧਾਰ ਸਕਦੀ ਹੈ? ਉਸੇ ਬੱਸ ਦੀ ਇੱਕ ਹੋਰ ਖਿੜਕੀ ਤੇ ਸਾਨੂੰ ਇੱਕ ਹੋਰ ਨੌਜਵਾਨ ਨਜ਼ਰ ਆਇਆ, ਜਿਸ ਦੇ ਕੁੜਤੇ ਦੀ ਬਾਂਹ ਪੁਲਿਸ ਨਾਲ ਹੋਈ ਝੜਪ ਦੇ ਵਿੱਚ ਫਟੀ ਹੋਈ ਸੀ। ਇਸ ਨੌਜਵਾਨ ਨੇ ਕਿਹਾ ਕਿ ਅੱਜ ਜਿਸ ਸੰਸਦ ਦਾ ਉਦਘਾਟਨ ਕੀਤਾ ਗਿਆ ਹੈ ਉਸ ਦੇ ਲਈ ਅਸੀਂ ਪੂਰੇ ਦੇਸ਼ਵਾਸੀਆਂ ਦਾ ਧੰਨਵਾਦ ਕੀਤਾ, ਪਰ ਜਿਸ ਸੰਸਦ 'ਚ ਬੈਠ ਕੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਰਗਾ ਸੰਸਦ ਮੈਂਬਰ ਸਾਡੀਆਂ ਧੀਆਂ ਭੈਣਾਂ ਦੇ ਨਾਲ ਜਿਨਸੀ ਸ਼ੋਸ਼ਣ ਕਰਦਾ ਹੈ ਤਾਂ ਇਹ ਸੰਸਦ ਚੁੱਪ ਕਿਵੇਂ ਧਾਰ ਸਕਦੀ ਹੈ? ਸੰਸਦ ਨੂੰ ਚਲਾਉਣ ਵਾਲੇ ਚੁੱਪ ਕਿਵੇਂ ਬੈਠ ਸਕਦੇ ਹਨ? ਸੰਸਦ 'ਚ ਬੈਠਣ ਵਾਲੀ ਮਹਿਲਾ ਸੰਸਦ ਮੈਂਬਰ ਕਿਵੇਂ ਚੁੱਪ ਬੈਠ ਸਕਦੀ ਹੈ? ਇਹੀ ਆਵਾਜ਼ ਤਾਂ ਅਸੀਂ ਬੁਲੰਦ ਕਰ ਰਹੇ ਹਾਂ। ਅਸੀਂ ਅਜਿਹਾ ਕੀ ਕਰ ਦਿੱਤਾ ਕਿ ਇੰਨੀ ਬੁਰੀ ਤਰ੍ਹਾਂ ਨਾਲ ਸਾਡੇ ਤੇ ਤਸ਼ੱਦਦ ਕੀਤਾ ਜਾ ਰਿਹਾ ਹੈ ਅਤੇ ਸਾਨੂੰ ਇੱਥੋਂ ਲੈ ਕੇ ਜਾਇਆ ਜਾ ਰਿਹਾ ਹੈ? ਸਾਡੀ ਆਵਾਜ਼ ਨੂੰ ਦਬਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਨੌਜਵਾਨ ਦਾ ਕਹਿਣਾ ਸੀ ਕਿ ਜਦੋਂ ਤੱਕ ਉਹਨਾਂ ਦੇ ਸਰੀਰ 'ਚ ਜਾਨ ਪ੍ਰਾਣ ਹਨ ਉਦੋਂ ਤੱਕ ਉਹ ਇਸ ਲੜਾਈ ਨੂੰ ਜਾਰੀ ਰੱਖਣਗੇ। ਉਹਨਾਂ ਨੇ ਅੱਗੇ ਕਿਹਾ ਕਿ ਇਹ ਲੜਾਈ ਸਿਰਫ ਸਾਕਸ਼ੀ ਮਲਿਕ ਜਾਂ ਵਿਨੇਸ਼ ਫੋਗਾਟ ਦੀ ਨਹੀਂ, ਇਹ ਲੜਾਈ ਤਾਂ ਉਹਨਾਂ ਲੱਖਾਂ ਕਰੋੜਾਂ ਧੀਆਂ ਦੀ ਹੈ ਜੋ ਦੇਸ਼ ਦੇ ਲਈ ਕੁਝ ਕਰਨਾ ਚਾਹੁੰਦੀਆਂ ਹਨ, ਤਿਰੰਗੇ ਦੀ ਸ਼ਾਨ ਵਧਾਉਣਾ ਚਾਹੁੰਦੀਆਂ ਹਨ। ਅੱਜ ਦੇਸ਼ ਦੀ ਪਛਾਣ ਦਾ ਸਵਾਲ ਹੈ, ਦੇਸ਼ ਦੀਆਂ ਧੀਆਂ ਭੈਣਾਂ ਦਾ ਸਵਾਲ ਹੈ। ਜੇਕਰ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ, ਸ਼ਾਇਦ ਹੀ ਕੋਈ ਦੇਸ਼ ਦੀ ਧੀ ਇਹ ਉਮੀਦ ਕਰ ਸਕੇਗੀ ਕਿ ਅਸੀਂ ਵੀ ਇਹ ਬੇਇਨਸਾਫੀ ਦੇ ਖਿਲਾਫ ਖੜੇ ਹੋ ਸਕਦੇ ਹਾਂ। ਇਸ ਨੌਜਵਾਨ ਦਾ ਗੁੱਸਾ ਅਤੇ ਦਰਦ ਉਸ ਦੀਆਂ ਗੱਲਾਂ ਤੋਂ ਸਾਫ਼ ਝਲਕ ਰਿਹਾ ਸੀ। ਉਹਨਾਂ ਕਿਹਾ, ਜੋ ਲੋਕ ਬੇਟੀ ਬਚਾਓ ਬੇਟੀ ਪੜ੍ਹਾਓ ਦੀ ਗੱਲ ਕਰਦੇ ਹਨ, ਔਰਤਾਂ ਦੇ ਮਾਣ ਸਨਮਾਨ ਦੀ ਗੱਲ ਕਰਦੇ ਹਨ, ਉਹੀ ਲੋਕ ਹੁਣ ਜੰਤਰ ਮੰਤਰ ਤੇ ਬੈਠੀਆਂ ਧੀਆਂ ਨੂੰ ਨਿਆਂ ਨਹੀਂ ਦੇ ਰਹੇ ਹਨ ਅਤੇ ਉਹਨਾਂ ਦੀ ਹਿੰਮਤ ਨੂੰ ਤੋੜਨ ਦਾ ਕੰਮ ਕਰਦੇ ਹਨ। ਇਸ ਲਈ ਇਹ ਮਾਨਸਿਕਤਾ ਭਾਰਤ ਦੀ ਆਮ ਜਨਤਾ ਨੂੰ ਪਤਾ ਲੱਗਣੀ ਚਾਹੀਦੀ ਹੈ। ਸਰਕਾਰ ਜਿੰਨਾ ਚਾਹੇ ਦਬਾ ਲਵੇ, ਪਰ ਅਸੀਂ ਅਹਿੰਸਾ ਦੀ ਰਾਹ ਤੇ ਚੱਲ ਕੇ ਇਹਨਾਂ ਦੀ ਹਰ ਹਿੰਸਾ ਦਾ ਜਵਾਬ ਦਿੰਦੇ ਹੋਏ ਅੱਗੇ ਵਧਦੇ ਰਹਾਂਗੇ। ਇਸ ਘਟਨਾਕ੍ਰਮ ਦੇ ਦੌਰਾਨ ਸਾਨੂੰ ਉੱਤਰ ਪ੍ਰਦੇਸ਼ ਦੇ ਮੇਰਠ ਅਤੇ ਮੁਜ਼ੱਫਰਨਗਰ ਤੋਂ ਆਇਆ ਕੁਝ ਅਜਿਹੀਆਂ ਔਰਤਾਂ ਮਿਲੀਆਂ ਜੋ ਪਹਿਲਾਂ ਪਹਿਲਵਾਨਾਂ ਦਾ ਸਮਰਥਨ ਕਰਨ ਲਈ ਬੀਤੀ ਰਾਤ ਹੀ ਦਿੱਲੀ ਪਹੁੰਚੀਆਂ ਸਨ। ਇਸ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਇੱਕ ਔਰਤ ਨੇ ਕਿਹਾ ਕਿ ਪੁਲਿਸ ਵਾਲਿਆਂ ਨੇ ਸਾਡੇ ਨਾਲ ਧੱਕਾ ਮੁੱਕੀ ਕੀਤੀ। ਇਹ ਸਰਕਾਰ ਦੀ ਤਾਨਾਸ਼ਾਹੀ ਹੈ। ਇਸ ਦਾ ਜਵਾਬ ਅਸੀਂ 2024 ਦੇ ਵਿੱਚ ਦੇਵਾਂਗੇ। ਜੇਕਰ ਦੇਸ਼ ਦਾ ਮਾਣ ਵਧਾਉਣ ਵਾਲੇ ਪਹਿਲਵਾਨਾਂ ਨਾਲ ਇਹ ਸਭ ਹੋ ਰਿਹਾ ਹੈ ਤਾਂ ਆਮ ਆਦਮੀ ਨਾਲ ਕੀ ਹੋਵੇਗਾ? ਔਰਤਾਂ ਆਪਣੇ ਹੱਕ ਪਾਉਣ ਲਈ ਖੜੀਆਂ ਹਨ, ਲੜ ਰਹੀਆਂ ਹਨ। ਜੋ ਦੋਸ਼ੀ ਹਨ ਉਹਨਾਂ ਨੂੰ ਕਿਉਂ ਨਹੀਂ ਹਿਰਾਸਤ ਵਿੱਚ ਲਿਆ ਜਾ ਰਿਹਾ? ਬ੍ਰਿਜ ਭੂਸ਼ਣ ਸ਼ਰਨ ਸਿੰਘ ਸਰਕਾਰ ਦਾ ਨੁਮਾਇੰਦਾ ਹੈ, ਇਸ ਲਈ ਉਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਪ੍ਰਦਰਸ਼ਨ ਵਾਲੀ ਥਾਂ ਦੇ ਉੱਤੇ ਚੁੱਪ ਪਸਰ ਗਈ ਸੀ। ਕੁਝ ਹੀ ਦੇਰ ਵਿੱਚ ਜ਼ਿਆਦਾਤਰ ਧਰਨਾਕਾਰੀਆਂ ਨੂੰ ਬੱਸਾਂ ਦੇ ਵਿੱਚ ਬਿਠਾ ਕੇ ਲੈ ਜਾਇਆ ਜਾ ਚੁੱਕਿਆ ਸੀ। ਜੰਤਰ ਮੰਤਰ ਤੇ ਸਿਰਫ ਪੁਲਿਸ ਅਤੇ ਮੀਡੀਆ ਕਰਮੀ ਹੀ ਮੌਜੂਦ ਸਨ, ਪਰ ਕਹਾਣੀ ਅਜੇ ਖਤਮ ਨਹੀਂ ਹੋਈ ਸੀ। ਵੇਖਦੇ ਹੀ ਵੇਖਦੇ ਉਸ ਤੰਬੂ ਨੂੰ ਉਖਾੜ ਦਿੱਤਾ ਗਿਆ ਜਿਸ ਦੇ ਵਿੱਚ ਪਿਛਲੇ 35 ਦਿਨਾਂ ਤੋਂ ਮਹਿਲਾ ਪਹਿਲਵਾਨ ਰਹਿ ਰਹੀਆਂ ਸਨ। ਉਸ ਤੰਬੂ ਦੇ ਅੰਦਰ ਦਾ ਸਮਾਨ ਜਿਵੇਂ ਕਿ ਕੰਬਲ ਗੱਦੇ ਆਦਿ ਵੀ ਇੱਕ ਇੱਕ ਕਰਕੇ ਹਟਾ ਦਿੱਤੇ ਗਏ ਅਤੇ ਗੱਡੀ ਦੇ ਵਿੱਚ ਲੱਦ ਦਿੱਤੇ ਗਏ। ਪ੍ਰਸ਼ਾਸਨ ਦਾ ਇਰਾਦਾ ਤਾਂ ਸਪਸ਼ਟ ਸੀ ਕਿ ਉਹ ਹੁਣ ਧਰਨਾਕਾਰੀਆਂ ਨੂੰ ਮੁੜ ਧਰਨੇ ਵਾਲੀ ਥਾਂ ਤੇ ਬੈਠਣ ਨਹੀਂ ਦੇਣਾ ਚਾਹੁੰਦੇ ਸੀ। ਪ੍ਰਦਰਸ਼ਨਕਾਰੀਆਂ ਦੇ ਸਮਰਥਨ ਦੇ ਵਿੱਚ ਨਿਤਰੇ ਸਮਾਜ ਸੇਵੀ ਅਤੁਲ ਤਿਰਪਾਨੀ ਦਾ ਕਹਿਣਾ ਹੈ, ਜਦੋਂ ਨਵੇਂ ਸੰਸਦ ਭਵਨ ਦਾ ਉਦਘਾਟਨ ਹੋ ਰਿਹਾ ਸੀ ਉਸੇ ਦਿਨ ਦੇਸ਼ ਦੀ ਸ਼ਾਨ ਪਹਿਲਵਾਨ ਧੀਆਂ ਨੂੰ ਦਬਾਇਆ ਕੁਚਲਿਆ ਜਾ ਰਿਹਾ ਸੀ। ਇਹ ਸਿੱਧੇ ਤੌਰ ਤੇ ਲੋਕਤੰਤਰ ਦਾ ਕਤਲ ਹੈ। ਅੱਜ ਦਾ ਦਿਨ ਭਾਰਤ ਦੇ ਇਤਿਹਾਸ ਦੇ ਵਿੱਚ ਇੱਕ ਕਾਲੇ ਧੱਬੇ ਵਜੋਂ ਯਾਦ ਰੱਖਿਆ ਜਾਵੇਗਾ। ਅੱਜ ਦੇਸ਼ ਦੀਆਂ ਧੀਆਂ ਦੀ ਇਸ ਸਥਿਤੀ ਨੂੰ ਵੇਖ ਕੇ ਦਿਲ ਰੋ ਰਿਹਾ ਹੈ। ਦੇਸ਼ ਇਸ ਗੱਲ ਨੂੰ ਬਿਲਕੁਲ ਵੀ ਸਵੀਕਾਰ ਨਹੀਂ ਕਰੇਗਾ। ਜਿਵੇਂ ਜਿਵੇਂ ਸਮਾਂ ਬੀਤਿਆ ਜੰਤਰ ਮੰਤਰ ਤੇ ਲੋਕਾਂ ਦੀ ਗਿਣਤੀ ਨਾ ਮਾਤਰ ਹੀ ਰਹਿ ਗਈ।
ਇੱਕ ਅਜਿਹੀ ਚੁੱਪ ਪਸਰ ਗਈ ਜੋ ਕਿ ਸ਼ਾਇਦ ਆਪਣੇ ਅੰਦਰ ਸਿਮਟੇ ਤੂਫਾਨ ਨੂੰ ਵੀ ਛੁਪਾ ਰਹੀ ਸੀ।